ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸਿੰਗਾਪੁਰ ਵਿਦੇਸ਼ੀ ਕਰਮਚਾਰੀਆਂ ਲਈ ਜਾਰੀ ਕਰੇਗਾ ਨਵਾਂ ਵਰਕ ਪਾਸ। ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ। ਬਰਮਿੰਘਮ ਤੋਂ ਅੰਮ੍ਰਿਤਸਰ ਲਈ ਨਵੀਂ 에ਅਰਲਾਈਨ ਦੇ ਟ੍ਰਾਇਲ ਸ਼ੁਰੂ। 9/11 ਦੀ ਬਰਸੀ ਮੌਕੇ ਬਾਈਡਨ ਵੱਲੋਂ ਅੱਤਵਾਦ ਦਾ ਲੱਕ ਤੋੜਨ ਦਾ ਅਹਿਦ। ਸਿੱਖ ਵਿਰੋਧੀ ਦੰਗਿਆਂ ਦੇ ਜ਼ਖਮ ਅਜੇ ਵੀ ਅੱਲੇ ਹਾਈ ਕੋਰਟ। 1984 ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੀ ਟਿੱਪਣੀ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਗਾਉਣ ਵਾਲੀ ਦਿੱਲੀ ਕਮੇਟੀ। ਤੇ ਹੁਣ ਖਬਰਾਂ ਵਿਸਥਾਰ ਵਿੱਚ। ਵਿਦੇਸ਼ੀ ਕਰਮਚਾਰੀਆਂ ਲਈ ਸਿੰਗਾਪੁਰ ਨੇ ਅਹਿਮ ਐਲਾਨ ਕੀਤਾ ਹੈ। ਐਲਾਨ ਮੁਤਾਬਕ ਸਿੰਗਾਪੁਰ ਇਹ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਕਰੇਗਾ ਕਿ ਦੁਨੀਆ ਭਰ ਤੋਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਭਰਤੀ ਕਰਨ ਲਈ ਨਵੇਂ ਵਰਕ ਪਾਸਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। ਕਿਰਤ ਮੰਤਰੀ ਟੈਨ ਸੀ ਲੈਂਗ ਨੇ ਸੋਮਵਾਰ ਨੂੰ ਸੰਸਦ ਨੂੰ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਨਵਾਂ ਵਰਕ ਪਾਸ ਪਹਿਲਾਂ ਨੌਕਰੀ ਦਿੱਤੇ ਬਿਨਾਂ ਜ਼ਿਆਦਾ ਪੈਸਾ ਕਮਾਉਣ ਵਾਲੇ ਲੋਕਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦੇਵੇਗਾ। ਟੈਨ ਦੀ ਟਿੱਪਣੀ ਉਦੋਂ ਆਈ ਜਦੋਂ ਉਸਨੇ ਸੋਮਵਾਰ ਨੂੰ ਪ੍ਰਤਿਭਾ ਦੇ ਇੱਕ ਵਿਸ਼ਵ ਵਿਆਪੀ ਕੇਂਦਰ ਵਜੋਂ ਸਿੰਗਾਪੁਰ ਦੀ ਸਥਿਤੀ ਨੂੰ ਮਜ਼ਬੂਤ ਕਰਨ ਤੇ ਇੱਕ ਬਿਆਨ ਦਿੱਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਨਵੀਆਂ ਯੋਜਨਾਵਾਂ ਅਤੇ ਸਥਾਨਕ ਪ੍ਰਤਿਭਾ ਨੂੰ ਵਿਕਸਿਤ ਕਰਨ ਲਈ ਸਿੰਗਾਪੁਰ ਦੇ ਯਤਨਾਂ ਬਾਰੇ ਹੋਰ ਜਾਣਕਾਰੀ ਲਈ 24 ਸੰਸਦੀ ਸਵਾਲ ਉਠਾਏ ਗਏ ਸਨ। ਸਿੰਗਾਪੁਰ ਘੱਟੋ-ਘੱਟ $30,000 ਨਿਸ਼ਚਿਤ ਮਾਸਿਕ ਤਨਖਾਹਾਂ ਵਿੱਚ ਕਮਾਈ ਕਰਨ ਵਾਲੀਆਂ ਪ੍ਰਤਿਭਾ ਲਈ ਨਵੇਂ ਵਿਸ਼ੇਸ਼ ਪਾਸ ਲਾਂਚ ਕਰੇਗਾ, ਜੋ ਮੌਜੂਦਾ ਰੋਜ਼ਗਾਰ ਪਾਸ ਧਾਰਕਾਂ ਦੇ ਸਿਖਰ ਦੇ 5% ਦੇ ਬਰਾਬਰ ਨੇ। ਇਹ ਸਕੀਮ 1 ਜਨਵਰੀ 2023 ਤੋਂ ਸ਼ੁਰੂ ਹੋ ਰਹੀ ਹੈ। ਟੈਨ ਨੇ ਦੱਸਿਆ ਕਿ ਮਨੁੱਖੀ ਸ਼ਕਤੀ ਮੰਤਰਾਲਾ ਪਹਿਲਾਂ ਹੀ ਗਲਤ ਤਨਖਾਹਾਂ ਘੋਸ਼ਣਾਵਾਂ ਦੇ ਸੰਭਾਵਿਤ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਸ ਵਿੱਚ ਸੀਮਿਤ ਟਰੈਕ ਰਿਕਾਰਡ ਵਾਲੀਆਂ ਕੰਪਨੀਆਂ ਦੀਆਂ ਅਰਜ਼ੀਆਂ ਦੇ ਨਾਲ-ਨਾਲ ਮਾਲਕਾਂ ਨੂੰ ਐਲਾਨੀ ਤਨਖਾਹ ਦੀ ਵੀ ਜਾਂਚ ਕੀਤੀ ਜਾਵੇਗੀ। ਮੌਜੂਦਾ ਰੋਜ਼ਗਾਰ ਪਾਸ ਦੀ ਮੰਗ ਕਰਨ ਵਾਲਿਆਂ ਲਈ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਸਿੰਗਾਪੁਰ ਦੀ ਇਨਲੈਂਡ ਰੈਵਨਿਊ ਅਥਾਰਟੀ ਨਾਲ ਆਮਦਨ ਟੈਕਸ ਫਾਈਲਿੰਗ ਦੀ ਜਾਂਚ ਕਰੇਗਾ ਕਿ ਅਰਜ਼ੀਆਂ ਉਹਨਾਂ ਦੀ ਪਾਲਣਾ ਕਰਦੀਆਂ ਨੇ ਕਿ ਨਹੀਂ। ਨਵੇਂ ਰੋਜ਼ਗਾਰ ਪਾਸ EP ਬਿਨੈਕਾਰ ਲਈ ਮੌਜੂਦਾ 2 ਸਾਲਾਂ ਦੇ ਮੁਕਾਬਲੇ ਪਾਸ 5 ਸਾਲਾਂ ਲਈ ਹੋਵੇਗਾ ਅਤੇ ਇਹ ਸਿੰਗਾਪੁਰ ਵਿੱਚ ਨੌਕਰੀ ਦੀ ਭੂਮਿਕਾ ਨਾਲ ਜੁੜਿਆ ਨਹੀਂ ਹੈ। ਪਾਸ ਹੋਲਡਰ ਕੁਝ ਕੰਪਨੀਆਂ ਲਈ ਇਕੱਠੇ ਕੰਮ ਕਰ ਸਕਦੇ ਨੇ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ। ਟੈਨ ਨੇ ਕਿਹਾ ਕਿ ਇਹ ਸਾਡੀਆਂ ਨਵੀਆਂ ਸਰਹੱਦਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦਾ ਹੈ, ਸਾਡੇ ਸਥਾਨਕ ਇਕੋਸਿਸਟਮ ਨੂੰ ਵਧਾਉਣ ਲਈ ਵਧੇਰੇ ਨਿਵੇਸ਼ ਅਤੇ ਦਿਲਚਸਪੀ ਨੂੰ ਆਕਰਸ਼ਿਤ ਕਰ ਸਕਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਸਿੰਗਾਪੁਰ ਵਾਸੀਆਂ ਲਈ ਮੌਕਿਆਂ ਦੀ ਵਿਭਿੰਨ ਸ਼੍ਰੇਣੀ ਪੈਦਾ ਕਰ ਸਕਦਾ ਹੈ। ਅਸਲ ਵਿੱਚ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਧਿਐਨ ਤੋਂ ਬਾਅਦ ਕੰਮ ਦੇ ਅਧਿਕਾਰਾਂ ਦੀ ਮਿਆਦ 2 ਸਾਲ ਵਧਾਏਗਾ। ਆਸਟ੍ਰੇਲੀਅਨ ਸਿੱਖਿਆ ਮੰਤਰਾਲੇ ਨੇ ਕਿਹਾ ਕਿ 94 ਬੈਚਲਰ ਡਿਗਰੀਆਂ ਲਈ ਪੋਸਟ ਸਟੱਡੀ ਕੰਮ ਦੇ ਅਧਿਕਾਰ 2 ਸਾਲਾਂ ਤੋਂ ਵਧਾ ਕੇ 4 ਸਾਲ ਕੀਤੇ ਜਾਣਗੇ। ਨਿਯਮ ਵਿੱਚ ਬਦਲਾਅ ਨਾਲ ਬੈਚਲਰ ਡਿਗਰੀ ਗ੍ਰੈਜੂਏਟ ਆਸਟ੍ਰੇਲੀਆ ਵਿੱਚ 4 ਸਾਲ, ਮਾਸਟਰ ਗ੍ਰੈਜੂਏਟ 5 ਸਾਲ ਅਤੇ PhD ਧਾਰਕ 6 ਸਾਲ ਤੱਕ ਦੇਸ਼ ਵਿੱਚ ਰਹਿ ਸਕਣਗੇ। ਵਰਤਮਾਨ ਵਿੱਚ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਵਿਦਿਆਰਥੀ 2 ਸਾਲ, ਮਾਸਟਰ ਦੇ ਗ੍ਰੈਜੂਏਟ 3 ਸਾਲ ਅਤੇ ਡਾਕਟਰੇਟ ਵਿਦਿਆਰਥੀ 4 ਸਾਲ ਲਈ ਦੇਸ਼ ਵਿੱਚ ਰਹਿ ਸਕਦੇ ਹਨ। ਹਾਲਾਂਕਿ ਆਸਟ੍ਰੇਲੀਆਈ ਸਰਕਾਰ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਵਰਕ ਅਧਿਕਾਰ ਐਕਸਟੈਂਸ਼ਨ ਲਈ ਕਿਹੜੀਆਂ ਡਿਗਰੀਆਂ ਦੀ ਚੋਣ ਕੀਤੀ ਜਾਵੇਗੀ। ਇਸ ਸ਼੍ਰੇਣੀ ਦੇ ਅਧੀਨ ਡਿਗਰੀਆਂ ਦੇ ਵੇਰਵੇ ਅਕਤੂਬਰ ਦੇ ਅਖੀਰ ਵਿੱਚ ਆਉਣ ਦੀ ਉਮੀਦ ਹੈ, ਜਦੋਂ ਕਾਰਜ ਸਲਾਹਕਾਰ ਸਮੂਹ ਆਪਣੀ ਸਲਾਹ ਪੇਸ਼ ਕਰੇਗਾ। ਰਿਪੋਰਟਾਂ ਦੇ ਅਨੁਸਾਰ ਨਰਸਿੰਗ, ਇੰਜੀਨੀਅਰਿੰਗ ਅਤੇ IT ਵਿਦਿਆਰਥੀ ਪ੍ਰਮੁੱਖ ਤਰਜੀਹ ਵਾਲੇ ਖੇਤਰ ਹੋਣਗੇ। ਪਿਛਲੇ ਕੁਝ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ 2019 ਵਿੱਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ 17% ਸੀ, ਜੋ 2022 ਵਿੱਚ ਵੱਧ ਕੇ 23 ਹੋ ਗਈ। ਸਿੱਖਿਆ ਮੰਤਰੀ ਜੇਸਨ ਕਲੇਰ ਨੇ ਕਿਹਾ ਕਿ ਇਸ ਸਮੇਂ ਸਿਰਫ 16% ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਰੁਕਦੇ ਹਨ। ਉਹਨਾਂ ਮੁਤਾਬਿਕ ਇਸ ਦਾ ਮਤਲਬ ਹੋਵੇਗਾ ਕਿ ਉਹ ਲੰਬੇ ਸਮੇਂ ਤੱਕ ਰਹਿ ਸਕਦੇ ਹਨ ਅਤੇ ਆਸਟ੍ਰੇਲੀਆ ਵਿੱਚ ਪ੍ਰਾਪਤ ਕੀਤੇ ਹੁਨਰ ਦੀ ਵਰਤੋਂ ਕਰ ਸਕਦੇ ਹਨ, ਤਾਂ ਜੋ ਸਾਡੇ ਕੋਲ ਇਸ ਸਮੇਂ ਮੌਜੂਦ ਹੁਨਰ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਹਾਲ ਹੀ ਵਿੱਚ ਸਰਕਾਰ ਨੇ ਇਹ ਘੋਸ਼ਣਾ ਵੀ ਕੀਤੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਵਿੱਚ ਸੁਧਾਰ ਅਤੇ ਵੀਜ਼ਾ ਫੈਸਲਿਆਂ ਵਿੱਚ ਦੇਰੀ ਨੂੰ ਘਟਾਉਣ ਲਈ 36 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਨਵਾਂ ਬਜਟ ਐਲਾਨ ਕੀਤਾ ਜਾਵੇਗਾ। ਇਹਨਾਂ ਨਵੇਂ ਵਿਕਾਸ ਦੇ ਨਾਲ ਆਸਟ੍ਰੇਲੀਆ ਨੇੜਲੇ ਭਵਿੱਖ ਵਿੱਚ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਅਰਜ਼ੀਆਂ ਵਿੱਚ ਵਾਧਾ ਦੇਖੇਗਾ, ਜੋ ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਪ੍ਰਭਾਵਿਤ ਹੋਇਆ ਹੈ।
इस दौरान ਆਸਟ੍ਰੇਲੀਆਈ ਸਰਕਾਰ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੂੰ 2022-23 ਮਾਈਗ੍ਰੇਸ਼ਨ ਪ੍ਰੋਗਰਾਮ ਜਾਰੀ ਕੀਤਾ ਹੈ। ਇਹ ਪ੍ਰੋਗਰਾਮ ਦੇਸ਼ ਦੀ ਆਰਥਿਕ ਰਿਕਵਰੀ ਨੂੰ ਹੁਲਾਰਾ ਦੇਣ ਲਈ ਤਿਆਰ ਕੀਤਾ ਗਿਆ ਹੈ, ਜੋ ਅਜੇ ਵੀ ਮਹਾਮਾਰੀ ਦੀਆਂ ਸਮੱਸਿਆਵਾਂ ਤੋਂ ਜੂਝ ਰਿਹਾ ਹੈ। ਇਹ ਪ੍ਰੋਗਰਾਮ ਮਹਾਮਾਰੀ ਤੋਂ ਬਾਅਦ ਦੇ ਮਾਹੌਲ ਵਿੱਚ ਸਮਾਜਿਕ ਏਕਤਾ ਦੇ ਨਤੀਜਿਆਂ ਨੂੰ ਵਧਾਉਣ ਅਤੇ ਚਲਾਉਣ ਲਈ ਸੈੱਟ ਕੀਤਾ ਗਿਆ ਹੈ। ਬਰਮਿੰਘਮ ਤੋਂ ਅੰਮ੍ਰਿਤਸਰ ਸ਼ੁਰੂ ਹੋਣ ਜਾ ਰਹੀ ਨਵੀਂ ਉਡਾਨ ਹੰਸ 에ਅਰਲਾਈਨ ਦੇ ਬੀਤੇ ਹਫ਼ਤੇ ਟ੍ਰਾਇਲ ਹੋਏ ਹਨ। 38 ਸਾਲਾਂ ਬਾਅਦ ਪਹਿਲੀ ਵਾਰ ਪੰਜਾਬੀਆਂ ਦੀ ਕੰਪਨੀ ਨੂੰ ਲਾਇਸੈਂਸ ਮਿਲਿਆ ਹੈ। ਪਹਿਲਾਂ ਇਹ ਲਾਇਸੈਂਸ ਇਕੱਲਾ ਬ੍ਰਿਟਿਸ਼ 에ਅਰਲਾਈਨ ਅਤੇ ਵਰਜਿਨ 에ਅਰਲਾਈਨ ਕੋਲ ਹੀ ਸੀ। ਪਿਛਲੇ ਹਫ਼ਤੇ ਮੰਗਲਵਾਰ ਤੇ ਬੁੱਧਵਾਰ UK ਗਵਰਨਮੈਂਟ ਅਥਾਰਟੀ CAA ਵੱਲੋਂ 2 ਦਿਨਾਂ ਲਈ ਜਹਾਜ਼ ਦੀਆਂ ਟੈਸਟ ਫਲਾਈਟਾਂ ਦਾ ਨਿਰੀਖਣ ਕੀਤਾ ਗਿਆ। ਮੰਗਲਵਾਰ ਬਰਮਿੰਘਮ ਤੋਂ ਸਕਾਟਲੈਂਡ ਦੇ 에ਅਰਪੋਰਟ ਪ੍ਰੈਟਿਕ ਅਤੇ ਵਾਪਸ ਬਰਮਿੰਘਮ ਤੱਕ ਬੁੱਧਵਾਰ ਨੂੰ 2 ਘੰਟੇ CAA ਦੇ ਸਟਾਫ ਅਤੇ ਜਹਾਜ਼ ਦੇ ਨਾਲ ਸਟਾਫ ਦੀਆਂ ਸਿਹਤ ਅਤੇ ਸੁਰੱਖਿਆ ਜ਼ਿੰਮੇਵਾਰੀਆਂ ਦਾ ਨਿਰੀਖਣ ਹੋਇਆ। ਉਡਾਨ ਦੀ ਸ਼ੁਰੂਆਤ ਤੋਂ ਪਹਿਲਾਂ ਲੌਂਜ ਵਿੱਚ ਨਿਸ਼ਕਾਮ ਸੇਵਕ ਦੇ ਜੱਥੇ ਦੇ ਸੇਵਾਦਾਰਾਂ ਵੱਲੋਂ ਅਰਦਾਸ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ CAA ਦੀਆਂ ਰਿਪੋਰਟ ਮਿਲਣ ਉਪਰੰਤ ਬਰਮਿੰਘਮ ਤੋਂ ਅੰਮ੍ਰਿਤਸਰ ਉਡਾਨਾਂ ਜਲਦੀ ਸ਼ੁਰੂ ਹੋਣਗੀਆਂ। ਉਡਾਨ ਮੌਕੇ ਸਿੰਘ ਸਭਾ ਗੁਰਦੁਆਰਾ ਡਰਬੀ ਦੇ ਪ੍ਰਧਾਨ ਰਘਵੀਰ ਸਿੰਘ ਰਾਮਗੜੀਆ, ਗੁਰਦੁਆਰਾ ਸਾਹਿਬ ਤੋਂ ਰਣਜੀਤ ਸਿੰਘ ਸਿਹਰਾ, ਗੁਰੂ ਰਵਿਦਾਸ ਸਭਾ ਗੁਰਦੁਆਰਾ ਡਰਬੀ ਦੇ ਪ੍ਰਧਾਨ ਸੁਰਿੰਦਰ ਕੁਮਾਰ, ਡਾਕਟਰ ਦਲਜੀਤ ਸਿੰਘ, ਸਿੱਖ ਮਿਊਜ਼ੀਅਮ ਦੇ ਸੇਵਾਦਾਰ ਹਰਭਜਨ ਸਿੰਘ ਦਾਇਆ, ਸਤਨਾਮ ਸਿੰਘ, ਪ੍ਰਭਜੋਤ ਸਿੰਘ, ਨੌਟਿੰਗਮ ਤੋਂ ਮਲਕੀਤ ਸਿੰਘ ਤੇ ਹੋਰ UK ਤੋਂ ਵੱਖ-ਵੱਖ ਸ਼ਹਿਰਾਂ ਤੋਂ ਆਏ ਪੰਜਾਬੀਆਂ ਨੇ ਜਹਾਜ਼ ਵਿੱਚ ਸਫ਼ਰ ਕੀਤਾ। ਸਰਦਾਰ ਗੁਰਮੇਲ ਸਿੰਘ ਕੰਦੋਲਾ, ਬਲਦੇਵ ਸਿੰਘ ਨੇ ਵੀ ਹੰਸ 에ਅਰਲਾਈਨ ਦੇ CEO ਸਤਨਾਮ ਸਿੰਘ ਅਤੇ ਸਾਥੀਆਂ ਦੇ ਉਦਮ ਦੀ ਸ਼ਲਾਘਾ ਕੀਤੀ। 9/11 ਦੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਤਵਾਦ ਦਾ ਲੱਕ ਤੋੜਨ ਦਾ ਅਹਿਦ ਲਿਆ। ਉਹਨਾਂ ਕਿਹਾ ਕਿ ਭਾਵੇਂ ਅਮਰੀਕਾ ਨੇ ਅਫਗਾਨਿਸਤਾਨ ਛੱਡ ਦਿੱਤਾ ਹੈ, ਪਰ ਇਤਿਹਾਸ ਦੇ ਸਭ ਤੋਂ ਖਤਰਨਾਕ ਹਮਲੇ ਦੇ ਸਾਜ਼ਿਸ਼ ਘਾੜਿਆਂ ਵਿਰੁੱਧ ਕਾਰਵਾਈ ਜਾਰੀ ਰੱਖੀ ਜਾਵੇਗੀ। ਪਿਛਲੇ ਮਹੀਨੇ ਅਮਰੀਕਾ ਨੇ ਅਲ ਜਵਾਹਰੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਸੀ, ਜਿਸ ਨੇ ਅਮਰੀਕਾ ਉੱਪਰ ਸਭ ਤੋਂ ਵੱਡਾ ਅੱਤਵਾਦੀ ਹਮਲਾ ਕਰਨ ਵਿੱਚ ਮਦਦ ਕੀਤੀ। ਰਾਸ਼ਟਰਪਤੀ ਨੇ ਕਿਹਾ, ਅਸੀਂ 21 ਸਾਲ ਪੁਰਾਣਾ ਦਰਦ ਕਦੇ ਨਹੀਂ ਭੁਲਾ ਸਕਦੇ ਅਤੇ ਅਮਰੀਕਾ ਉੱਪਰ ਹੋਰ ਹਮਲੇ ਹੋਣ ਤੋਂ ਰੋਕਣਾ ਸਾਡੀ ਵਚਨਬੱਧਤਾ ਹੋਵੇਗੀ। ਹਮਲੇ ਦੌਰਾਨ ਜਾਨ ਗਵਾਉਣ ਵਾਲਿਆਂ, ਐਮਰਜੈਂਸੀ ਕਾਮਿਆਂ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਹਿਣ ਦਾ ਵਾਅਦਾ ਕਰਦਿਆਂ ਉਹਨਾਂ ਕਿਹਾ ਕਿ ਇਹ ਕਰਜ਼ਾ ਕਦੇ ਨਹੀਂ ਉਤਾਰਿਆ ਜਾ ਸਕਦਾ। ਦਿੱਲੀ ਹਾਈ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕੇਸ ਵਿੱਚ ਸਬੰਧਤ ਸਮਰੱਥ ਅਥਾਰਟੀ ਨੂੰ ਸੇਵਾ ਮੁਕਤ ਸਿਟੀ ਪੁਲਿਸ ਅਧਿਕਾਰੀ ਖਿਲਾਫ ਸਜ਼ਾ ਲਈ ਢੁਕਵੇਂ ਹੁਕਮ ਜਾਰੀ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਹ ਸਾਬਕਾ ਪੁਲਿਸ ਅਧਿਕਾਰੀ ਹਿੰਸਾ ਦੌਰਾਨ ਕਥਿਤ ਲੋੜੀਂਦੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਨਾਲ ਸ਼ਰਾਰਤੀ ਅੰਸਰਾਂ ਨੂੰ ਖਿੰਡਾਉਣ ਤੇ ਉਹਨਾਂ ਨੂੰ ਇਹਤਿਆਤ ਹਿਰਾਸਤ ਵਿੱਚ ਲੈਣ ਵਿੱਚ ਕਥਿਤ ਨਾਕਾਮ ਰਿਹਾ ਸੀ। ਹਾਈ ਕੋਰਟ ਨੇ ਕਿਹਾ ਕਿ ਦੇਸ਼ ਅਜੇ ਵੀ ਇਹਨਾਂ ਦੰਗਿਆਂ ਦਾ ਸੰਤਾਪ ਚੱਲ ਰਿਹਾ ਹੈ ਤੇ ਜ਼ਖਮ ਅਜੇ ਵੀ ਅੱਲੇ ਨੇ। ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਅਨੁਸ਼ਾਸਨੀ ਅਥਾਰਟੀ ਤੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਵੱਲੋਂ ਕਿੰਗਜ਼ਵੇ ਕੈਂਪ ਪੁਲਿਸ ਸਟੇਸ਼ਨ ਦੇ ਤਤਕਾਲੀਨ SHO ਖਿਲਾਫ ਹੁਕਮਾਂ ਨੂੰ ਲਾਂਭੇ ਰੱਖਦਿਆਂ ਕਿਹਾ ਕਿ ਇਹਨਾਂ ਦੰਗਿਆਂ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਤੇ ਪੁਲਿਸ ਅਧਿਕਾਰੀ ਨਾਲ ਮਹਿਜ਼ ਉਸ ਦੀ ਵਡੇਰੀ ਉਮਰ 79 ਸਾਲ ਕਰਕੇ ਲਿਹਾਜ਼ ਨਹੀਂ ਕੀਤਾ ਜਾ ਸਕਦਾ। ਬੈਂਚ ਜਿਸ ਵਿੱਚ ਜਸਟਿਸ ਸੁਬਰਾਮਨੀਅਮ ਪ੍ਰਸਾਦ ਵੀ ਸ਼ਾਮਿਲ ਸਨ ਨੇ ਕਿਹਾ, ਉਹ 100 ਸਾਲ ਦੀ ਉਮਰ ਦਾ ਵੀ ਹੋ ਸਕਦਾ ਹੈ। ਕਿਰਪਾ ਕਰਕੇ ਉਸ ਦੀ ਬਦ ਇੰਤਜ਼ਾਮੀ ਨੂੰ ਵੇਖਿਆ ਜਾਵੇ। ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ, ਦੇਸ਼ ਦੇ ਜ਼ਖਮ ਅਜੇ ਵੀ ਅੱਲੇ ਨੇ। ਤੁਸੀਂ ਇਸ ਆਧਾਰ ਤੇ ਬਚ ਨਹੀਂ ਸਕਦੇ। ਉਮਰ ਮਦਦਗਾਰ ਨਹੀਂ ਹੋਣੀ। ਅਨੁਸ਼ਾਸਨੀ ਅਥਾਰਟੀ ਨੇ ਸਾਬਕਾ ਪੁਲਿਸ ਅਧਿਕਾਰੀ ਨੂੰ ਸਿੱਖ ਵਿਰੋਧੀ ਦੰਗਿਆਂ ਦੌਰਾਨ ਬਦ ਇੰਤਜ਼ਾਮੀ ਲਈ ਦੋਸ਼ੀ ਠਹਿਰਾਇਆ ਸੀ, ਜਿਸ ਨੂੰ ਉਸਨੇ ਅੱਗੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਅੱਗੇ ਚੁਣੌਤੀ ਦੇ ਦਿੱਤੀ। ਕੈਟ ਨੇ ਅਪੀਲ ਰੱਦ ਕੀਤੀ ਤਾਂ ਉਸਨੇ ਹਾਈ ਕੋਰਟ ਦਾ ਰੁਖ ਕਰ ਲਿਆ। ਪਟੀਸ਼ਨਰ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਕਿ ਉਸ ਨੂੰ ਇਸ ਕੇਸ ਵਿੱਚ ਫੈਸਲਾਕੁਨ ਸੁਣਵਾਈ ਤੋਂ ਬਾਅਦ ਹੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਹਾਈ ਕੋਰਟ ਨੇ ਹੁਕਮਾਂ ਨੂੰ ਲਾਂਭੇ ਰੱਖਦੇ ਹੋਏ ਕਿਹਾ ਕਿ ਪਟੀਸ਼ਨਰ ਖਿਲਾਫ ਲੱਗੇ ਦੋਸ਼ ਸੰਗੀਨ ਹਨ ਅਤੇ ਅਨੁਸ਼ਾਸਨੀ ਅਥਾਰਟੀ ਨੂੰ ਖੁੱਲ੍ਹ ਹੈ ਕਿ ਉਹ ਅਸਹਿਮਤੀ ਦਾ ਨਵਾਂ ਨੋਟਿਸ ਜਾਰੀ ਕਰਕੇ ਪਟੀਸ਼ਨਰ ਤੋਂ 4 ਹਫ਼ਤਿਆਂ ਵਿੱਚ ਜਵਾਬ ਮੰਗੇ। ਕੋਰਟ ਨੇ ਕਿਹਾ, ਇਸ ਮਗਰੋਂ ਅਨੁਸ਼ਾਸਨੀ ਅਥਾਰਟੀ ਨੂੰ ਕਾਨੂੰਨ ਮੁਤਾਬਿਕ ਢੁਕਵਾਂ ਹੁਕਮ ਜਾਰੀ ਕਰਨ ਦੀ ਪੂਰੀ ਖੁੱਲ੍ਹ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਸਤੀਸ਼ ਚੰਦਰ ਸ਼ਰਮਾ ਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੇ ਬੈਂਚ ਦੁਆਰਾ 1984 ਦੇ ਇੱਕ ਮਾਮਲੇ ਵਿੱਚ ਸੁਣਵਾਈ ਦੌਰਾਨ ਕੀਤੀ ਟਿੱਪਣੀ ਨੂੰ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਗਾਉਣਾ ਕਰਾਰ ਦਿੱਤਾ। ਦਰਅਸਲ ਤਤਕਾਲੀ SHO ਦੁਰਗਾ ਪ੍ਰਸਾਦ ਵੱਲੋਂ
पेश होए वकील ने अदालत ਨੂੰ ਕਿਹਾ ਸੀ ਕਿ ਮੁਲਜ਼ਮ 79 ਸਾਲ ਦਾ ਹੈ ਤੇ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕਾ ਹੈ, ਇਸ ਲਈ ਉਸ ਪ੍ਰਤੀ ਕੁਝ ਨਰਮੀ ਦਿਖਾਈ ਜਾਵੇ। ਜਸਟਿਸ ਮਿਸ਼ਰਾ ਆਯੋਗ ਸਾਹਮਣੇ ਦਾਇਰ ਹਲਫਨਾਮੇ ਤੋਂ ਪਤਾ ਲੱਗਿਆ ਕਿ ਇਸ ਖੇਤਰ ਵਿੱਚ 15 ਸਿੱਖਾਂ ਦਾ ਕਤਲ ਹੋਇਆ ਸੀ ਤੇ ਕਈ ਗੁਰਦੁਆਰਿਆਂ, ਘਰਾਂ ਤੇ ਕਾਰਖਾਨਿਆਂ ਨੂੰ ਅੱਗ ਲਾ ਦਿੱਤੀ ਗਈ ਸੀ। पंजाब की भगवंत मान सरकार ਨੂੰ ਅੱਜ ਉਸ ਵੇਲੇ ਝਟਕਾ ਲੱਗਿਆ ਜਦੋਂ पंजाब ਤੇ हरियाणा हाई कोर्ट ने घर घर आटा वंडण वाली स्कीम उपर रोक लगा दी। ये योजना 1 अक्तूबर तो शुरू की जानी सी ते इस लई तैयारियां मुकम्मल कीतियां होईयां सन। पता लग्या कि हाई कोर्ट ने यह रोक NFSA डिपू होल्डर वैलफेयर एसोसीएशन पंजाब वालों पाई पटीशन ते लगाई है। डिपू होल्डर का कहना है कि इस स्कीम नाल उन्हां दा रोज़गार खुस जाना है। एसोसीएशन के मानसा जिले के आगू लालजीत सिंह लाली ने दस्सिया कि लोगों को राशन डिपूआं वालों वधिया ढंग नाल वंडिया जा रहा सी, पर सरकार ने नवी स्कीम नाल डिपू होल्डरां ते खपतकारां वास्ते मुश्किल पैदा कर दित्ती सी। पंजाब भर दियां संघर्षशील पेंडू ते खेत मजदूर जथेबंदियां दे सांझे मजदूर मोर्चा की अगवाई हेठ पंजाब भर तो पुजे हज़ारां मजदूरां ने अज मुख मंत्री की रिहायश वाली कलोनी के मुख गेट अगे संगरूर पटियाला बाईपास सड़क ते आवाजाही ठप करके 3 रोज़ा पक्का मोर्चा आरंभ दिता है। सरकारी पाबंदियां अपने हकों लई आवाज़ बुलंद करन पुजे किरतियां दा संघर्षी राह ना रोक सकियां अते करीब किलोमीटर विच फैले इस पक्के मोर्चे विच किरतियां ने हत्थां विच लाल झंडे फड़ के सरकार खिलाफ जबरदस्त नारेबाजी की। धरने में शामिल वड्डी गिणती इकट्ठ ਨੂੰ संबोधन करदियां सांझे मोर्चे के सूबाई आगू ते जमीन प्राप्ति संघर्ष कमेटी के प्रधान मुकेश मलौद, पंजाब खेत मजदूर यूनियन के सूबा प्रधान जोरा सिंह नसराली, देहाती मजदूर सभा के प्रधान दर्शन नाहर, पंजाब खेत मजदूर सभा के गुलजार गौरिया, क्रांतिकारी पेंडू मजदूर यूनियन पंजाब के जनरल सकत्तर लखवीर लोंगोवाल, मजदूर मुक्ति मोर्चा पंजाब के प्रधान भगवंत समाऊ ते पेंडू मजदूर यूनियन पंजाब के सूबा प्रधान तरसेम पीटर ने कहा कि मजदूरों के मामले हल करने की थां RSS ते भाजपा की B टीम भगवंत मान सरकार ने मजदूरों की आवाज़ दबाने लई दफा 144 लगा दी सी, जिसनूं तोड़दियां पंजाब के हज़ारां मजदूर अपने हकों लई आवाज़ बुलंद लई डटे गए ने। उन्होंने कहा कि सूबा सरकार भी पहलियां सरकारां वांग ही मजदूर विरोधी नीतियां लागू कर रही है अते इस हालत विच मजदूरों कोल संघर्ष करने तो इलावा कोई होर चारा नहीं। बुलारिया ने कहा कि मनरेगा तहत टब्बर के सारे ब्लॉक मैंबरां नूं सारा साल काम देण, मनरेगा समेत होरनां कामां दी दिहाड़ी 700 रुपए करन, पंचायती जमीन के तीजे हिस्से ते खेती का हक दलित नूं देण, अलॉट प्लाटां दे मजदूरां नूं कब्जे देण, लोड़वंद परिवारां नूं रहायशी प्लाट अलॉट करन, लाल लकीर तो बाहर रहिंदे परिवारां नूं मालकी हक देण समेत होर मंगां लई 3 रोज़ा पक्का मोर्चा दिन रात जारी रहेगा। इस मोर्चे की अगवाई मजदूर आगूआं गुरनाम दाऊद, कश्मीर सिंह कुगशोर, हरमेश मालड़ी, कृष्ण चौहान, जसवंत खेड़ी, कमलजीत सनावा, प्रगट कालाझाड़ ते गोबिंद झालजली ने की। मनी माजरा की इंदिरा कलोनी में छापेमारी करन गई पुलिस टीम में मौजूद महिला मुलाजमां नाल हथोपाई का मामला सामने आया। दरअसल चंडीगढ़ पुलिस को सूचना मिली सी कि इंदिरा कलोनी में कुछ गैर समाजिक अंसर आए हुए ने। इस संबंधी IT पार्क थाना के SHO रोहताश कुमार छापा मारन लई इंदिरा कलोनी पुजे। इस छापेमारी टीम में महिला पुलिस मुलाजम भी मौजूद सन। जिवें ही पुलिस की छापेमारी टीम पहुंची तो वड्डी गिणती में लोग इकट्ठे होने शुरू हो गए। इस मौके वड्डी गिणती में औरतां भी मौजूद सन। पुलिस ने जिवें ही छापेमारी शुरू की तो उत्थे औरतां इकट्ठियां हो गईयां अते एक औरत ने चंडीगढ़ पुलिस की महिला मुलाजिम दे वाल फड़ के उस नाल कुटमार की। श्रोमणी अकाली दल के आगू विपिन सूद ने देर रात अपने समर्थकों समेत थाने में हंगामा कर दिता। दरअसल सराबा नगर कोल विपिन सूद अपने पुत्र नाल जा रहे सन। इस दौरान पुलिस ने उन्हों का चलान कट दिता। इस नूं लैके विपिन सूद अपने समर्थकों समेत थाना सराबा नगर पहुंचे और हंगामा कर दिता। इन्ना ही नहीं, अकाली आगुआं ने पुलिस नाल बदतमीजी करके थाने के मेन गेट का शीशा तोड़ दिता। इस मामले संबंधी पुलिस ने विपिन सूद समेत 5 लोगों खिलाफ केस दर्ज कर लिया है। लुधियाना जिले में डेंगू ते स्वाइन फ्लू ने कहर मचाया हुआ है। जिले में डेंगू के हुण तक 114 मरीज सामने आ चुके हैं। इन्हां विच सेहत विभाग वालों 61 मरीजों की पुष्टि की गई है। सेहत अधिकारियों ने दस्सिया कि जिले में 14 मरीजों की रिपोर्ट पॉजिटिव आई है।
इन्हां चों 12 ਜ਼ਿਲ੍ਹੇ ਦੇ ਰਹਿਣ ਵਾਲੇ ਨੇ ਜਦਕਿ ਦੂਜੇ ਜ਼ਿਲ੍ਹਿਆਂ ਆਦਿ ਨਾਲ ਸੰਬੰਧਿਤ ਹਨ। ਹੁਣ ਤੱਕ ਸਥਾਨਕ ਹਸਪਤਾਲਾਂ ਵਿੱਚ 113 ਪੋਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਨੇ। ਇਨ੍ਹਾਂ ਚੋਂ 52 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਨੇ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1065 ਘਰਾਂ ਦਾ ਦੌਰਾ ਕੀਤਾ ਗਿਆ ਹੈ। ਇਨ੍ਹਾਂ ਚੋਂ 20 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ, ਜਦੋਂ ਕਿ 20 ਹੋਰ ਜਗ੍ਹਾ ਤੇ ਪਏ ਕੰਟੇਨਰ ਵਿੱਚ ਵੀ ਮੱਛਰ ਦਾ ਲਾਰਵਾ ਪਾਇਆ ਗਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਆਪਣੇ ਘਰ ਦੇ ਨੇੜੇ ਤੇੜੇ ਛੱਤ ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕਿਤੇ ਵੀ ਬਾਰਿਸ਼ ਦਾ ਪਾਣੀ ਨਾ ਖੜਾ ਹੋਣ ਦੇਣ। ਇਸੇ ਤਰ੍ਹਾਂ ਜ਼ਿਲ੍ਹੇ ਦੇ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 20 ਹੋ ਗਈ ਹੈ। 2 ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ। ਇਨ੍ਹਾਂ ਚੋਂ ਇੱਕ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸੰਬੰਧਿਤ ਸਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪੋਜ਼ਿਟਿਵ ਤੋਂ ਇਲਾਵਾ 6 ਸ਼ੱਕੀ ਮਰੀਜ਼ ਵੀ ਸਾਹਮਣੇ ਆ ਚੁੱਕੇ ਨੇ। ਇਨ੍ਹਾਂ ਵਿੱਚੋਂ 211 ਸ਼ੱਕੀ ਮਰੀਜ਼ ਦੂਜੇ ਜ਼ਿਲ੍ਹਿਆਂ ਆਦਿ ਸੰਬੰਧਿਤ ਨੇ, ਜਦੋਂ ਕਿ 99 ਸ਼ੱਕੀ ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਭਗਵੰਤ ਮਾਨ ਸਰਕਾਰ ਦੇ ਸਿੱਖਿਆ ਪ੍ਰਬੰਧ ਦੀ ਕਾਇਆ ਕਲਪ ਕਰਨ ਦੀ ਪਲਾਨਿੰਗ ਕਰ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਢਾਂਚੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਪੰਜਾਬ ਵਿੱਚ 19,123 ਸਰਕਾਰੀ ਸਕੂਲਾਂ ਦਾ ਸਰਵੇ ਕਰਵਾਇਆ। ਇਸ ਸਰਵੇ ਦੇ ਆਧਾਰ ਉੱਪਰ ਅਗਲੇ ਸਮੇਂ ਅੰਦਰ ਵੱਡੇ ਕਦਮ ਉਠਾਏ ਜਾ ਰਹੇ ਨੇ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਗਲੇ ਵਿਦਿਅਕ ਵਰ੍ਹੇ ਤੋਂ ਸਕੂਲ ਆਫ ਐਮੀਨੈਂਸ ਸ਼ੁਰੂ ਹੋ ਜਾਣਗੇ ਤੇ ਹਾਲੇ ਇਹਨਾਂ ਸਕੂਲਾਂ ਦੀ ਸ਼ਨਾਖਤ ਦਾ ਕੰਮ ਚੱਲ ਰਿਹਾ ਹੈ। ਸਕੂਲ ਆਫ ਐਮੀਨੈਂਸ ਵਿੱਚ 9ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਹੋਵੇਗੀ ਤੇ ਬਾਕੀ ਕਲਾਸਾਂ ਲਈ 2 ਕਿਲੋਮੀਟਰ ਦੇ ਦਾਇਰੇ ਦੇ ਸਕੂਲ ਵਿੱਚ ਬੱਚੇ ਪੜ੍ਹਨਗੇ। ਉਹਨਾਂ ਕਿਹਾ ਕਿ ਸਥਾਪਿਤ ਹੋ ਚੁੱਕੇ ਸਕੂਲਾਂ ਵਿੱਚੋਂ ਚਾਹੇ ਉਹ ਸਮਾਰਟ ਹੈ ਤੇ ਚਾਹੇ ਮੈਰੀਟੋਰੀਅਸ ਸਕੂਲ ਹੈ, ਉਹ ਸਕੂਲ ਕਹਿਣ ਨੂੰ ਹੀ ਸਮਾਰਟ ਹਨ। ਅਜਿਹੇ ਸਕੂਲ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਦੇ ਨਹੀਂ। ਅਜਿਹੇ ਸਕੂਲਾਂ ਵਿੱਚ ਸਭ ਤੋਂ ਘਾਟਾਂ ਨੂੰ ਪੂਰਾ ਕਰਕੇ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਕਿ ਦਾਖਲੇ ਲਈ ਕਤਾਰਾਂ ਲੱਗਣ। ਮੁਕਾਬਲੇ ਦੀ ਪ੍ਰੀਖਿਆ ਲਈ ਬੱਚੇ ਤਿਆਰ ਕੀਤੇ ਜਾਣਗੇ ਤੇ ਇਹਨਾਂ ਸਕੂਲਾਂ ਵਿੱਚ ਕਰੀਬ 3 ਲੱਖ ਬੱਚਿਆਂ ਨੂੰ ਪੜ੍ਹਾਏ ਜਾਣ ਦਾ ਟੀਚਾ ਰੱਖਿਆ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਿਕ ਆਪ ਸਰਕਾਰ ਵੱਲੋਂ ਜਲਦ ਹੀ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਨੇ। ਇਹ ਸਕੂਲ ਦਿੱਲੀ ਮਾਡਲ ਦੀ ਤਰਜ਼ ਤੇ ਬਣਾਏ ਜਾਣਗੇ। ਸਰਕਾਰ ਵੱਲੋਂ 200 ਕਰੋੜ ਦੇ ਬਜਟ ਨਾਲ ਮੁੱਢਲੇ ਪੜਾਅ ਤੇ ਸੂਬੇ ਵਿੱਚ 100 ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਤਬਦੀਲ ਕੀਤਾ ਜਾਣਾ ਹੈ। ਸੂਤਰਾਂ ਅਨੁਸਾਰ ਸਰਵੇ ਵਿੱਚ ਮੁੱਖ ਤੌਰ ਤੇ ਸਮਾਰਟ ਸਕੂਲ ਹੀ ਉੱਭਰ ਕੇ ਸਾਹਮਣੇ ਆਏ ਹਨ, ਜੋ ਸਕੂਲ ਆਫ ਐਮੀਨੈਂਸ ਬਣਾਏ ਜਾਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਕਾਂਗਰਸੀ ਹਕੂਮਤ ਸਮੇਂ 13,844 ਸਮਾਰਟ ਸਕੂਲ ਬਣਾਏ ਗਏ ਸਨ। ਭਾਰਤ ਵਿੱਚ ਕਰੋਨਾ ਵਾਇਰਸ ਦੇ ਉਲਟ ਹੁਣ ਲੰਪੀ ਸਕਿਨ ਵਾਇਰਸ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿੱਚ ਹੁਣ ਤੱਕ ਲੰਪੀ ਵਾਇਰਸ ਕਾਰਨ 67,000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਦੁੱਧ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਅਹਿਮ ਮੀਟਿੰਗ ਬੁਲਾਈ ਗਈ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਜਤਿੰਦਰ ਨਾਥ ਸਵੈਨ ਨੇ ਦੱਸਿਆ ਕਿ ਮੀਟਿੰਗ ਵਿੱਚ ਪਸ਼ੂਆਂ ਦੇ ਟੀਕਾਕਰਨ ਤੋਂ ਇਲਾਵਾ ਇਸ ਵਾਇਰਸ ਨਾਲ ਨਜਿੱਠਣ ਲਈ ਹੋਰ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਸਕੱਤਰ ਜਤਿੰਦਰ ਨਾਥ ਸਵੈਨ ਦਾ ਕਹਿਣਾ ਹੈ ਕਿ ਫਿਲਹਾਲ ਗੋਟ ਪੌਕਸ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ 100% ਤੱਕ ਅਸਰਦਾਰ ਹੈ। ਹਾਲਾਂਕਿ ਇਸ ਟੀਕੇ ਦੀ ਗਿਣਤੀ ਸੀਮਿਤ ਹੋਣ ਕਾਰਨ ਅਜੇ ਵੀ ਸਮੱਸਿਆ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਨੂੰ ਇਸ ਦੇ ਤੇਜ਼ ਉਤਪਾਦਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਐਗਰੀਕਲਚਰਲ ਰਿਸਰਚ ਬਾਡੀ ICAR ਦੀਆਂ 2 ਸੰਸਥਾਵਾਂ ਦੁਆਰਾ ਵਿਕਸਿਤ LSD ਲਈ ਇੱਕ ਨਵੀਂ ਵੈਕਸੀਨ ਲੰਪੀ ਪ੍ਰੋਵਿਕੈਂਟ ਦੀ ਵਪਾਰਕ ਸ਼ੁਰੂਆਤ ਵਿੱਚ 3-4 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਲੰਪੀ ਵਾਇਰਸ ਕਾਰਨ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਇੱਥੇ ਸਭ ਤੋਂ ਵੱਧ ਪਸ਼ੂ ਇਸ ਤੋਂ ਪ੍ਰਭਾਵਿਤ ਨੇ। ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਆਂ ਦੀਪ ਸਮੂਹ ਵਿੱਚ ਕੁਝ ਛਿੱਟੇ-ਪੁੱਟੇ ਕੇਸ ਨੇ। ਜਤਿੰਦਰ ਨਾਥ ਸਵੈਨ ਨੇ ਕਿਹਾ, ਰਾਜਸਥਾਨ ਵਿੱਚ ਰੋਜ਼ਾਨਾ ਮਰਨ ਵਾਲੇ ਪਸ਼ੂਆਂ ਦੀ ਗਿਣਤੀ 600 ਤੋਂ 700 ਹੈ, ਪਰ ਦੂਜੇ ਰਾਜਾਂ ਵਿੱਚ ਇਹ ਇੱਕ ਦਿਨ ਵਿੱਚ 100 ਤੋਂ ਵੀ ਘੱਟ ਹੈ। ਇਸ ਦੇ ਨਾਲ ਹੀ ਪਸ਼ੂਆਂ ਦੀ ਮੌਤ ਅਤੇ ਉਹਨਾਂ ਦੇ ਇਸ ਵਾਇਰਸ ਦੇ ਸੰਪਰਕ ਵਿੱਚ ਆਉਣ ਕਾਰਨ ਦੁੱਧ ਦਾ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਹੈ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ GCMMF ਦੇ ਪ੍ਰਬੰਧਕ ਨਿਰਦੇਸ਼ਕ RS ਸੋਢੀ ਨੇ ਕਿਹਾ ਕਿ ਗੁਜਰਾਤ ਵਿੱਚ ਦੁੱਧ ਦਾ ਉਤਪਾਦਨ 0.5% ਘਟਿਆ ਹੈ, ਕਿਉਂਕਿ ਟੀਕਾਕਰਨ ਕਾਰਨ ਗੁਜਰਾਤ ਵਿੱਚ ਸਥਿਤੀ ਕਾਬੂ ਵਿੱਚ ਹੈ। ਹਾਲਾਂਕਿ ਉਸ ਨੇ ਦੂਜੇ ਰਾਜਾਂ ਵਿੱਚ ਇਸ ਦੇ ਵਪਾਰਕ ਪ੍ਰਭਾਵ ਨੂੰ ਸਵੀਕਾਰ ਕੀਤਾ। ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬੰਦਲਿਸ਼ ਨੇ ਕਿਹਾ, ਸਮੁੱਚੀ ਯੋਜਨਾ ਵਿੱਚ ਦੁੱਧ ਉਤਪਾਦਨ ਤੇ ਮਾਮੂਲੀ ਅਸਰ ਪਿਆ ਹੈ।
ਭਾਰਤ ਨੇ ਰੂਸ ਨਾਲ ਯੁੱਧ ਕਾਰਨ ਹੋਣ ਵਾਲੀਆਂ ਆਰਥਿਕ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਯੂਰਪੀ ਰਾਸ਼ਟਰ ਦੀ ਮਦਦ ਕਰਨ ਦੇ ਆਪਣੇ ਯਤਨ ਤਹਿਤ ਸੋਮਵਾਰ ਨੂੰ ਯੂਕਰੇਨ ਨੂੰ ਮਨੁੱਖੀ ਸਹਾਇਤਾ ਦੀ 12ਵੀਂ ਖੇਪ ਸੌਂਪੀ ਹੈ। ਇਸ ਵਿੱਚ ਜ਼ਰੂਰੀ ਦਵਾਈਆਂ ਅਤੇ ਉਪਕਰਨ ਸ਼ਾਮਿਲ ਨੇ। ਭਾਰਤ ਨੇ 1 ਮਾਰਚ ਨੂੰ ਪੋਲੈਂਡ ਦੇ ਰਸਤੇ ਯੂਕਰੇਨ ਨੂੰ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਭੇਜੀ ਸੀ, ਜਿਸ ਵਿੱਚ ਦਵਾਈਆਂ ਅਤੇ ਰਾਹਤ ਸਮੱਗਰੀ ਸ਼ਾਮਿਲ ਸੀ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚਲੇ ਗੁਰੂ ਧਾਮਾਂ ਦੀ ਯਾਤਰਾ ਲਈ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜੱਥਾ 14 ਸਤੰਬਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ ਪਹੁੰਚ ਰਿਹਾ ਹੈ। ਸ਼੍ਰੀ ਨਨਕਾਣਾ ਸਾਹਿਬ ਤੋਂ ਫੋਨ ਤੇ ਜਾਣਕਾਰੀ ਸਾਂਝੀ ਕਰਦਿਆਂ ਪਾਕਿਸਤਾਨ ਇਵੈਕੂਈ ਟਰਸਟ ਪ੍ਰਾਪਰਟੀ ਬੋਰਡ ਦੇ ਮੈਂਬਰ ਸਰਦਾਰ ਕਿਰਪਾ ਸਿੰਘ ਨੇ ਦੱਸਿਆ ਕਿ ਜੱਥੇ ਨੂੰ ਭਾਰਤ ਸਰਕਾਰ ਵੱਲੋਂ 25 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ, ਜਿਸ ਦੌਰਾਨ ਸ਼੍ਰੀ ਨਨਕਾਣਾ ਸਾਹਿਬ, ਪਿਸ਼ਾਵਰ, ਲਾਹੌਰ ਅਤੇ ਹੋਰਨਾਂ ਸ਼ਹਿਰਾਂ ਤੋਂ ਸ਼ਰਧਾਲੂ ਅੰਮ੍ਰਿਤਸਰ ਪਹੁੰਚਣ ਤੇ 2 ਦਿਨ ਅੰਮ੍ਰਿਤਸਰ ਰੁਕਣ ਤੋਂ ਬਾਅਦ ਇੱਥੋਂ ਸ਼੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ। ਉੱਥੇ ਦਰਸ਼ਨ ਕਰਨ ਉਪਰੰਤ ਪਾਕ ਸਿੱਖ ਯਾਤਰੂ ਤਖਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।